Good morning, grade 8. I hope you all are well and fit and fine at your home. ਬੱਚੇ ਅੱਜ ਤੁਹਾਡੀ ਪਾਠ ਪੁਸਤਕ ਕਿਲਕਾਰੀ ਵਿੱਚੋਂ ਅਸੀਂ ਪਾਠ 3 ਸਵਾਲ ਕਰਾਂਗੇ। ਪਾਠ 5 3 ਸਵਾਲ। ਹਾਂਜੀ, ਇਸ ਦੇ ਵਿੱਚ ਬੱਚੇ ਇੱਕ ਸੀ ਰਾਜਾ, ਉਸ ਨੂੰ ਆਪਣਾ ਰਾਜ ਪ੍ਰਬੰਧ ਚੰਗਾ ਕਰਨ ਦਾ ਫਿਕਰ ਰਹਿੰਦਾ ਸੀ। ਇੱਕ ਦਿਨ ਉਸਨੇ ਸੋਚਿਆ, ਜੇ ਮੈਨੂੰ ਮੇਰੇ 3 ਸਵਾਲਾਂ ਦੇ ਜਵਾਬ ਮਿਲ ਜਾਣ ਤਾਂ ਮੈਂ ਰਾਜ ਪ੍ਰਬੰਧ ਵਿੱਚ ਕਦੀ ਗਲਤੀ ਨਾ ਕਰਾਂ। ਉਹ ਸਵਾਲ ਇਹ ਸਨ, ਕੋਈ ਵੀ ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ? ਕਿਹੜੇ ਆਦਮੀਆਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਕਿਹੜੇ ਦੀ ਨਹੀਂ? ਤੀਜਾ ਸਵਾਲ, ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਰਾਜੇ ਨੇ ਡੋਂਡੀ ਪਟਵਾ ਦਿੱਤੀ। ਡੋਂਡੀ ਪਟਵਾਣੀ ਮਤਲਬ ਸਾਰੇ ਪਾਸੇ ਐਲਾਨ ਕਰਤਾ, ਰੌਲਾ ਪਾਤਾ ਪੂਰੇ ਪਿੰਡ ਵਿੱਚ, ਪੂਰੇ ਸ਼ਹਿਰ ਵਿੱਚ ਕਿ ਮੈਨੂੰ ਇਹ 3 ਸਵਾਲਾਂ ਦਾ ਜਵਾਬ ਦਿਓ। ਜਿਹੜਾ ਵਿਅਕਤੀ ਉਸ ਨੂੰ ਇਹਨਾਂ 3 ਸਵਾਲਾਂ ਦੇ ਜਵਾਬ ਦੇਵੇਗਾ ਉਸ ਨੂੰ ਉਹ ਧਨ ਪਦਾਰਥ ਨਾਲ ਮਾਲਾਮਾਲ ਕਰ ਦੇਵੇਗਾ। ਇਸ ਤਰ੍ਹਾਂ ਦੇ ਸਿਆਣੇ ਪੁਰਖ ਡੋਂਡੀ ਸੁਣ ਕੇ ਰਾਜੇ ਕੋਲ ਆ ਗਏ ਤੇ ਅੱਡ ਜਵਾਬ ਦੇਣ ਲੱਗੇ, ਮਤਲਬ ਵੱਖ-ਵੱਖ ਜਵਾਬ ਦੇਣ ਲੱਗੇ ਆਪਣੀ ਆਪਣੀ ਸਮਝ ਦੇ ਅਨੁਸਾਰ। ਪਹਿਲੇ ਸਵਾਲ ਦੇ ਉੱਤਰ ਵਿੱਚ ਕਿਸੇ ਨੇ ਆਖਿਆ, ਵੇਲੇ ਅਨੁਸਾਰ ਵੰਡ, ਕੰਮ ਮੌਕੇ ਸਿਰ ਕਰਨਾ ਚਾਹੀਦਾ ਹੈ। ਕਿਸੇ ਨੇ ਆਖਿਆ, ਹਮੇਸ਼ਾ ਕੰਮ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ, ਆਪੇ ਠੀਕ ਸਮੇਂ ਦਾ ਪਤਾ ਲੱਗ ਜਾਵੇਗਾ। ਕਿਸੇ ਆਖਿਆ, ਸਿਆਣੇ ਆਦਮੀਆਂ ਦੀ ਇੱਕ ਕੌਂਸਲ ਹੋਣੀ ਚਾਹੀਦੀ ਹੈ ਜਿਹੜੀ ਰਾਜ ਨੂੰ ਦੱਸੇ ਕਿ ਹੁਣ ਕੰਮ ਕਰਨ ਦਾ ਠੀਕ ਮੌਕਾ ਹੈ। ਇਹਨਾਂ ਜਵਾਬਾਂ ਤੇ ਕੁਝ ਹੋਰ ਸਿਆਣਿਆਂ ਨੂੰ ਇਤਰਾਜ਼ ਕੀਤੇ। ਕਿਸੇ ਆਖਿਆ, ਹਰ ਵਕਤ ਕੌਂਸਲ ਕਿਵੇਂ ਬੁਲਾਈ ਜਾ ਸਕਦੀ ਹੈ? ਕੌਂਸਲ ਮੀਨਸ ਸਭਾ, ਠੀਕ ਹੈ ਬੱਚੇ। ਕਿਸੇ ਆਖਿਆ, ਰਾਜੇ ਨੂੰ ਚੰਗੇ ਜੋਤਸ਼ੀ ਰੱਖਣੇ ਚਾਹੀਦੇ ਹਨ ਜਿਹੜੇ ਭਵਿੱਖ ਦੀਆਂ ਗੱਲਾਂ ਦੱਸ ਦੇਣ, ਤੇ ਰਾਜੇ ਨੂੰ ਚੰਗੇ ਜੋਤਸ਼ੀ ਰੱਖਣੇ ਚਾਹੀਦੇ ਹਨ ਜਿਹੜੇ ਭਵਿੱਖ ਦੀਆਂ ਗੱਲਾਂ ਦੱਸ ਦੇਣ, ਅਤੇ ਰਾਜਾ ਹਰ ਇੱਕ ਲਈ ਪਹਿਲੋਂ ਤਿਆਰ ਰਿਹਾ ਕਰੇ। ਬਾਕੀ ਸਵਾਲਾਂ ਦੇ ਜਵਾਬ ਵੀ ਇਸੇ ਤਰ੍ਹਾਂ ਆਏ। ਕਿਸੇ ਨੇ ਆਖਿਆ, ਰਾਜੇ ਨੂੰ ਵਜ਼ੀਰ ਦੀ ਗੱਲ ਸੁਣਨੀ ਚਾਹੀਦੀ। ਕਿਸੇ ਆਖਿਆ, ਨਹੀਂ, ਫੌਜ ਜਰਨੈਲ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਕੰਮ ਕਿਸੇ ਨੇ ਸਾਇੰਸ ਦੱਸਿਆ, ਕਿਸੇ ਨੇ ਸੂਲ ਮੁੱਲਾ, ਕਿਸੇ ਨੇ ਯੁੱਧ, ਕਿਸੇ ਨੇ ਭਗਤੀ, ਕਿਸੇ ਨੇ ਕੁਝ ਕਹੇ ਅਜਿਹੇ ਉਨੀਆਂ ਗੱਲਾਂ। ਜਵਾਬ ਅਜਿਹੇ ਭਾਂਤ ਦੇ ਸਨ ਕਿ ਰਾਜੇ ਦੀ ਇਸ ਗੱਲ ਨਾਲ ਵੀ ਤਸੱਲੀ ਨਾ ਹੋਈ। ਉਸ ਦੇ ਠੀਕ ਜਵਾਬ ਨਾ ਦੇਣ ਲਈ ਇਨਾਮ ਕਿਸੇ ਨੂੰ ਵੀ ਨਾ ਦਿੱਤਾ। ਐਨੇ ਨੂੰ ਪਤਾ ਲੱਗਾ ਕਿ ਜੰਗਲ ਵਿੱਚ ਇੱਕ ਸਿਆਣਾ ਤਪਸਵੀ ਰਹਿੰਦਾ ਹੈ। ਰਾਜੇ ਨੇ ਆਖਿਆ, ਚਲੋ ਉਸ ਕੋਲ ਜਵਾਬ ਪੁੱਛੀਏ। ਤਪਸਵੀ ਆਪਣੀ ਕੁਟੀਆ ਬਾਹਰ ਛੱਡ ਕੇ ਬਾਹਰ ਨਹੀਂ ਜਾਂਦਾ ਸੀ, ਨਾ ਉਹ ਆਮ ਆਦਮੀਆਂ ਤੋਂ ਬਿਨਾਂ ਕਿਸੇ ਨਾਲ ਗੱਲਬਾਤ ਕਰਦਾ ਸੀ। ਇਸ ਵਾਸਤੇ ਰਾਜੇ ਨੇ ਭੇਸ ਬਦਲਿਆ, ਮਾਮੂਲੀ ਲੋਕਾਂ ਵਾਲੇ ਕੱਪੜੇ ਪਾਏ, ਆਪਣੇ ਸੇਵਾਦਾਰ ਜੰਗਲ ਦੇ ਬਾਹਰ ਛੱਡ ਕੇ ਆਪ ਕੁਟੀਆ ਵੱਲ ਚਲਾ ਗਿਆ। ਜਦ ਰਾਜਾ ਆਇਆ ਤਾਂ ਤਪਸਵੀ ਆਪਣੀ ਕੁਟੀਆ ਦੇ ਸਾਹਮਣੇ ਕਿਆਰੀ ਪੁੱਟ ਰਿਹਾ ਸੀ। ਰਾਜੇ ਨੂੰ ਆਸ਼ੀਰਵਾਦ ਦੇ ਕੇ ਉਹ ਆਪਣੇ ਕੰਮ ਵਿੱਚ ਹੀ ਰੁੱਝਾ ਰਿਹਾ। ਤਪਸਵੀ ਸਰੀਰ ਪੱਖੋਂ ਕਮਜ਼ੋਰ ਸੀ। ਕਹੀ ਮਾਰਦਿਆਂ ਤੇ ਮਿੱਟੀ ਪੁੱਟਦਿਆਂ ਉਹ ਸਾਹੋ-ਸਾਹ ਹੋ ਗਿਆ। ਰਾਜੇ ਨੇ ਉਸ ਕੋਲੋਂ ਜਾ ਆਖਿਆ, ਤਪਸਵੀ ਜੀ, ਮੈਂ 3 ਸਵਾਲ ਪੁੱਛਣ ਆਇਆ ਹਾਂ। ਕੋਈ ਵੀ ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ?
ਕਿਹੜੇ ਆਦਮੀਆਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਕਿਹੜਿਆਂ ਦੀ ਨਹੀਂ? ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਤਪਸਵੀ ਨੇ ਸਵਾਲ ਸੁਣ ਕੇ ਕੋਈ ਜਵਾਬ ਨਾ ਦਿੱਤਾ। ਆਪਣੇ ਹੱਥ ਨਾਲ ਤੇ ਥੁੱਕ ਲਾ ਕੇ ਤੇ ਫਿਰ ਉਸਨੇ ਕਹੀ ਫੜ ਲਈ ਅਤੇ ਕਿਆਰੀ ਪੁੱਟਣੀ ਸ਼ੁਰੂ ਕਰ ਦਿੱਤੀ। ਰਾਜੇ ਨੇ ਆਖਿਆ, ਤਪਸਵੀ ਜੀ, ਤੁਸੀਂ ਥੱਕ ਗਏ ਹੋ, ਮੈਨੂੰ ਕਹੀ ਦਿਓ, ਮੈਂ ਕਿਆਰੀ ਪੁੱਟ ਦਿਆਂ। ਤਪਸਵੀ ਨੇ ਮਿਹਰਬਾਨੀ ਆਖ ਕੇ ਕਹੀ ਫੜਾ ਦਿੱਤੀ। ਹੇਠਾਂ ਤਪਸਵੀ ਕੋਲ ਬੈਠ ਗਿਆ। ਰਾਜੇ ਨੇ ਕੁਝ ਚਿਰ ਕੰਮ ਕਰਕੇ ਫਿਰ ਉਹੀ ਸਵਾਲ ਪੁੱਛੇ, ਪਰ ਤਪਸਵੀ ਉਵੇਂ ਦਾ ਉਵੇਂ ਚੁੱਪ ਰਿਹਾ ਤੇ ਉਸ ਕੋਲੋਂ ਹੀ ਕਹੀ ਫੜ ਕੇ ਆਖਿਆ, ਤੁਸੀਂ ਥੱਕ ਗਏ ਹੋਗੇ, ਲਿਆਓ ਮੈਂ ਕੰਮ ਕਰਾਂ। ਰਾਜੇ ਨੇ ਕਹੀ ਹੱਥੋਂ ਨਾ ਛੱਡੀ ਅਤੇ ਕਿਆਰੀ ਪੁੱਟਦਾ ਰਿਹਾ। 2 ਘੰਟੇ ਲੰਘ ਗਏ। ਸੂਰਜ ਛਿਪਣ ਲੱਗਾ ਅਤੇ ਰਾਜੇ ਨੇ ਕਹੀ ਰੱਖ ਕੇ ਫਿਰ ਪੁੱਛਿਆ, ਤਪਸਵੀ ਜੀ, ਮੈਂ ਤੁਹਾਡੇ ਕੋਲ ਆਪਣੇ ਪ੍ਰਸ਼ਨਾਂ ਦੇ ਉੱਤਰ ਲੈਣ ਆਇਆ ਹਾਂ। ਜੇ ਤੁਸੀਂ ਜਵਾਬ ਨਹੀਂ ਦੇਣਾ ਤਾਂ ਦੱਸੋ, ਮੈਂ ਘਰ ਮੁੜ ਜਾਵਾਂ। ਤਪਸਵੀ ਬੋਲਿਆ, ਉਹ ਵੇਖੋ, ਕੋਈ ਆਦਮੀ ਦੌੜਿਆ ਆਉਂਦਾ ਹੈ, ਵੇਖੀ ਇਸ ਵਿਚਾਰੇ ਤੇ ਕੀ ਬਿਪਤਾ ਹੈ। ਰਾਜੇ ਨੇ ਮੁੜ ਵੇਖਿਆ। ਜੰਗਲ ਵਿੱਚੋਂ ਇੱਕ ਗੱਭਰੂ ਦੌੜਦਾ ਆ ਰਿਹਾ ਸੀ। ਉਸ ਦੇ ਹੱਥ ਆਪਣੇ ਵੱਖੀ ਤੇ ਸੀ, ਉੱਥੋਂ ਲਹੂ ਨਿਕਲ ਰਿਹਾ ਸੀ। ਉਸ ਤਪਸਵੀ ਅਤੇ ਰਾਜੇ ਦੇ ਨੇੜੇ ਆ ਕੇ ਨਿਢਾਲ ਹੋ ਕੇ ਢਹਿ ਪਿਆ। ਰਾਜੇ ਨੇ ਵੇਖਿਆ ਕਿ ਉਸ ਦੀ ਵੱਖੀ ਵਿੱਚ ਵੱਡਾ ਜ਼ਖਮ ਹੈ। ਰਾਜੇ ਨੇ ਫੌਰਨ ਉਸ ਨੂੰ ਧੋ ਕੇ ਆਪਣੇ ਰੁਮਾਲ ਤੇ ਤਪਸਵੀ ਦੇ ਤੌਲੀਏ ਨਾਲ ਬੰਨ੍ਹਿਆ, ਪਰ ਲਹੂ ਵਗਣੋਂ ਬੰਦ ਨਹੀਂ ਹੋ ਰਿਹਾ। ਰਾਜਾ ਮੁੜ ਲਹੂ ਲਿਬੜਿਆ ਰੁਮਾਲ ਲਾਹੇ ਅਤੇ ਧੋ ਕੇ ਜ਼ਖਮਾਂ ਦੇ ਉੱਤੇ ਬੰਨ੍ਹ ਦੇਵੇ। ਤਪਸਵੀ ਕੋਈ ਮਲਮ ਲਿਆ, ਲਹੂ ਵਗਣਾ ਬੰਦ ਹੋ ਗਿਆ। ਉਸ ਆਦਮੀ ਨੇ ਅੱਖਾਂ ਖੋਲ੍ਹੀਆਂ ਅਤੇ ਪੀਣ ਨੂੰ ਪਾਣੀ ਮੰਗਿਆ। ਰਾਜਾ ਦੌੜ ਕੇ ਘੜੇ ਵਿੱਚੋਂ ਪਾਣੀ ਲੈ ਕੇ ਆਇਆ ਤੇ ਉਸ ਦੇ ਮੂੰਹ ਵਿੱਚ ਪਾਣੀ ਪਾਇਆ। ਪਾਣੀ ਪੀ ਕੇ ਉਹ ਢੇਰੀ ਹੋ ਗਿਆ। ਐਨੇ ਨੂੰ ਸੂਰਜ ਪੂਰੀ ਤਰ੍ਹਾਂ ਲੈ ਗਿਆ ਅਤੇ ਨਾਲ ਹੀ ਠੰਡ ਵੀ ਪੈਣ ਲੱਗੀ। ਰਾਜਾ ਅਤੇ ਤਪਸਵੀ ਨੇ ਜ਼ਖਮੀ ਆਦਮੀ ਨੂੰ ਚੁੱਕ ਕੇ ਕੁਟੀਆ ਵਿੱਚ ਲਟਾਇਆ। ਅੰਦਰ ਲੇਟ ਕੇ ਉਸ ਆਦਮੀ ਦੀ ਛੇਤੀ ਹੀ ਅੱਖ ਲੱਗ ਗਈ। ਰਾਜਾ ਵੀ ਦਿਨ ਭਰ ਕੀਤੇ ਕੰਮ ਕਰਕੇ ਥੱਕਿਆ ਹੋਇਆ ਸੀ। ਉਸ ਨੂੰ ਵੀ ਫਰਸ਼ ਉੱਤੇ ਬੈਠਿਆ ਨੀਂਦਰ ਨੇ ਘੇਰ ਲਿਆ ਤੇ ਉਹ ਉੱਥੇ ਹੀ ਸੌਂ ਗਿਆ। ਇਸ ਤਰ੍ਹਾਂ ਸੁੱਤਿਆਂ ਰਾਤ ਲੰਘ ਗਈ। ਸਵੇਰੇ ਜਦ ਉਸ ਗੱਭਰੂ ਨੇ ਅੱਖ ਖੋਲ੍ਹੀ ਤਾਂ ਸੋਚਣ ਲੱਗਾ, ਮੈਂ ਇੱਥੇ ਕਿਵੇਂ ਆ ਗਿਆ? ਰਾਜੇ ਨੂੰ ਆਪਣੇ ਵੱਲ ਤੱਕਦਾ ਵੇਖ ਕੇ ਉਸ ਨੇ ਹੱਥ ਜੋੜ ਕੇ ਆਖਿਆ, ਮੈਨੂੰ ਮਾਫ਼ ਕਰ ਦਿਓ ਹਜ਼ੂਰ। ਰਾਜਾ ਉਸ ਦੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਤੇ ਬੋਲਿਆ, ਮੈਂ ਤਾਂ ਤੈਨੂੰ ਜਾਣਦਾ ਹੀ ਨਹੀਂ, ਫਿਰ ਮਾਫ਼ੀ ਕਿਸ ਗੱਲ ਦੀ? ਗੱਭਰੂ ਨੇ ਦੱਸਿਆ, ਤੁਸੀਂ ਮੈਨੂੰ ਨਹੀਂ ਜਾਣਦੇ ਹੋ ਹਜ਼ੂਰ, ਪਰ ਮੈਂ ਤਾਂ ਕਿੰਨਾ ਚਿਰ ਹੀ ਤੋਂ ਸਹੁੰ ਖਾਧੀ ਹੋਈ ਸੀ ਕਿ ਤੁਹਾਡਾ ਕਤਲ ਕਰਾਂਗਾ। ਤੁਸਾਂ ਮੇਰੇ ਭਰਾ ਨੂੰ ਫਾਂਸੀ ਦੇ ਲਟਕਾ ਕੇ ਉਸਦੀ ਸਾਰੀ ਜਾਇਦਾਦ ਜ਼ਬਤ ਕਰ ਲਈ। ਮੈਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਮੌਕੇ ਦੀ ਭਾਲ 'ਚ ਸਾਂ। ਮੈਨੂੰ ਕਿਤੇ ਸੂਹ ਲੱਗੀ ਕਿ ਤੁਸੀਂ ਅੱਜ ਜੰਗਲ ਵਿੱਚ ਇਕੱਲੇ ਆਏ ਹੋ। ਮੇਰਾ ਇਰਾਦਾ ਤੁਹਾਨੂੰ ਵਾਪਸੀ ਤੇ ਮਾਰ ਦੇਣ ਦਾ ਸੀ, ਪਰ ਤੁਸੀਂ ਤਾਂ ਹਨੇਰਾ ਪੈਣ ਤੱਕ ਵੀ ਮੁੜੇ ਹੀ ਨਾ। ਇਸ ਪਿੱਛੋਂ ਮੈਂ ਜੰਗਲ ਵਿੱਚ ਤੁਹਾਨੂੰ ਲੱਭਣ ਚੱਲ ਪਿਆ, ਪਰ ਅਚਾਨਕ ਤੁਹਾਡੇ ਸਿਪਾਹੀ ਮੈਨੂੰ ਟੱਕਰ ਗਏ। ਉਹਨਾਂ ਮੈਨੂੰ ਪਛਾਣ ਲਿਆ ਅਤੇ ਜ਼ਖਮੀ ਕਰ ਦਿੱਤਾ। ਕਿਸੇ ਤਰ੍ਹਾਂ ਉਹਨਾਂ ਕੋਲੋਂ ਜਾਨ ਬਚਾ ਕੇ ਮੈਂ ਇੱਥੇ ਪੁੱਜਾ ਅਤੇ ਇੱਥੇ ਤੁਸੀਂ ਮੇਰੀ ਮਲਮ ਪੱਟੀ ਕਰਕੇ ਜਾਨ ਬਚਾਈ। ਮੈਂ ਤੁਹਾਨੂੰ ਮਾਰਨ ਲਈ ਆਇਆ ਸੀ, ਪਰ ਤੁਸੀਂ ਮੇਰੀ ਰੱਖਿਆ ਕੀਤੀ। ਜਦੋਂ ਤੱਕ ਮੈਂ ਜਿਉਂਦਾ ਰਹਾਂਗਾ ਤੁਹਾਡਾ ਚਰਨ ਸੇਵਕ ਬਣ ਕੇ ਰਹਾਂਗਾ। ਮੈਨੂੰ ਖਿਮਾ ਕਰੋ। ਰਾਜਾ ਆਪਣੀ ਜਾਨ ਦੇ ਵੈਰੀ ਤੇ ਭਾਵੀ ਕਾਤਲ ਦੀ ਸੱਚੀ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਇਆ ਅਤੇ ਨਾ ਕੇਵਲ ਉਸ ਨੂੰ ਮਾਫ਼ ਕਰਤਾ, ਸਗੋਂ ਕਹਿਣ ਲੱਗਾ, ਮੈਂ ਹੁਣ ਆਪਣੇ ਨੌਕਰ ਭੇਜ ਕੇ ਸ਼ਾਹੀ ਹਕੀਮ ਬੁਲਾਵਾਂਗਾ ਅਤੇ ਫਿਰ ਤੈਨੂੰ ਤੇਰੇ ਜ਼ਖਮ ਚੰਗੇ ਇਲਾਜ ਕਰਾਂਗਾ। ਤੇਰੇ ਭਰਾ ਦੀ ਜਾਇਦਾਦ ਵੀ ਤੈਨੂੰ ਦੇ ਦਿੱਤੀ ਜਾਵੇਗੀ। ਜ਼ਖਮੀ ਗੱਭਰੂ ਤੋਂ ਵਿਹਲੇ ਹੋ ਕੇ ਰਾਜਾ ਬਾਹਰ ਆਇਆ। ਤਪੀਸਰ ਕੱਲ ਵਾਲੀ
क्यारी विच बीज रिहा सी। राजे ने नेड़े होके प्रणाम किया, आखिया, महाराज मेरी आखिरी बेनती है कि मेरे सवालों के उत्तर दे दो। तपीसर निठ होके बैठ गया। राजान, तेरे 3 सवालों का जवाब तेनू मिल चुका है। राजा बोलिया, मैनू सवाल किस तरह मिल चुका है जवाब? तुसी तां अजे मूँह चों कुछ बोले ते नहीं। तपीसर ने आखिया, राजान वेख, जे तू कल मेरे उत्ते दया करके क्यारी ना पुटदा अते छेती वापस मुड़ जांदा तां इह आदमी तेरे उत्ते हमला करके तैनू कतल कर दिंदा। इस लई सब तो चंगा समा ਉਹ ਸੀ ਜਦੋਂ ਤੂੰ क्यारी पुटदा सी। मेरी गल सुन। सुननी उस वेले तेरे लिए सब तो जरूरी सी अते मेरे नाल नेकी करना ते मेरी मदद करना तेरा सब तो जरूरी काम सी। फिर उस तो पिछों जदों गबरू दौड़दा दौड़दा आया तां सब तो चंगा समा ਉਹ ਸੀ ਜਦੋਂ तू ਉਸ ਦੀ ਮਲਮ ਪੱਟੀ ਕੀਤੀ। जे तू ਉਹ ना करदा ਇਹ आदमी अपने मन च तेरे बारे रंज रख के, मीनस रंज मतलब बच्चे वैर रख के, ठीक है, रख के मार जांदा। उस दी जान बचा के तू अपने कट्टर दुश्मन नूं अपना परम सेवक बना लिया। उस वेले ये तेरे लिए सब तो जरूरी आदमी सी अते जो भला तू इस नाल कीता ओह ही जरूरी काम सी। कुछ कु रुक के तपीसर फिर कहन लगा, याद रख सब तो महत्वपूर्ण ते चंगा समा वर्तमान ਦਾ ਸਮਾਂ ਹੁੰਦਾ ਹੈ, ਕਿਉਂਕਿ ਇਹੀ ਵੇਲਾ ਸਾਡੇ ਹੱਥ ਵਿੱਚ ਹੁੰਦਾ ਹੈ। ਵਰਤਮਾਨ ਵਿੱਚ ਹੀ ਅਸੀਂ ਕੁਝ ਕਰ ਸਕਦੇ ਹਾਂ। ਕੋਈ ਫੈਸਲਾ ਜਾਂ ਕੋਈ ਵੀ ਕੰਮ ਭਵਿੱਖ ਦਾ ਕੋਈ ਭਰੋਸਾ ਨਹੀਂ, ਨਾ ਹੀ ਕਿਸੇ ਨੂੰ ਆਪਣਾ ਭਵਿੱਖ ਦੇਖਿਆ ਹੈ। ਸਭ ਤੋਂ ਮਹੱਤਵਪੂਰਨ ਵਿਅਕਤੀ ਉਹੀ ਹੈ ਜਿਸ ਨਾਲ ਅਸੀਂ ਵਰਤਮਾਨ ਦੀ ਘੜੀ ਵਿੱਚ ਹੁੰਦੇ ਹਾਂ। ਪਤਾ ਨਹੀਂ ਹੋਰ ਕਿਸੇ ਵੇਲੇ ਉਸ ਨਾਲ ਸਾਡਾ ਵਾਹ ਹੀ ਨਾ ਪਏ ਤੇ ਆਦਮੀ ਇਸ ਜਹਾਨ ਤੋਂ ਕੂਚ ਕਰ ਜਾਏ। ਸਾਰੇ ਕੰਮਾਂ ਵਿੱਚੋਂ ਸਭ ਤੋਂ ਅਹਿਮ ਅਤੇ ਉੱਚਾ ਕੰਮ ਇਹ ਹੈ ਕਿ ਉਸ ਆਦਮੀ ਦਾ ਭਲਾ ਕੀਤਾ ਜਾਵੇ ਜੋ ਵਰਤਮਾਨ ਘੜੀ ਵਿੱਚ ਤੁਹਾਡੇ ਨਾਲ ਹੈ, ਕਿਉਂਕਿ ਇੱਕ ਦੂਜੇ ਦਾ ਭਲਾ ਕਰਨਾ ਹੀ ਮਨੁੱਖ ਦੇ ਦੁਨੀਆ ਵਿੱਚ ਆਉਣ ਦਾ ਇੱਕੋ ਇੱਕ ਮੰਤਵ ਹੈ। ਤਪੀਸਰ ਵੱਲੋਂ ਦਿੱਤੇ ਸਵਾਲਾਂ ਦੇ ਸਹੀ ਜਵਾਬ ਨਾਲ ਰਾਜੇ ਦੀ ਤਸੱਲੀ ਹੋ ਗਈ। ਉਹ ਤਪੀਸਰ ਦਾ ਧੰਨਵਾਦ ਕਰਦਾ ਹੋਇਆ ਖੁਸ਼ੀ ਵਾਪਸ ਪਰਤ ਗਿਆ। ਠੀਕ ਹੈ ਬੱਚੇ, ਆਈ ਹੋਪ ਤੁਹਾਨੂੰ ਸਭ ਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ। ਠੀਕ ਹੈ ਬੱਚੇ, ਥੈਂਕ ਯੂ, ਹੈਵ ਅ ਨਾਈਸ ਡੇ।